ਧਰਤੀ ਤੇ ਖਿਲਰੇ ਹੋਏ ਇਹ ਪਲਾਸ਼ ਦੇ ਫੁੱਲ ਸ਼ਾਂਤੀ ਅਤੇ ਕ੍ਰਾਂਤੀ ਦੋਹਾਂ ਦੇ ਸੂਚਕ ਨੇ। ਇਹ ਸੂਹਾ ਲਾਲ ਰੰਗ ਜਦੋਂ ਝਾਰਖੰਡ ਦੇ ਜੰਗਲਾਂ ਵਿੱਚ ਆਪਣੀ ਰੰਗਤ ਖਿਲਾਰਦਾ ਏ ਤਾਂ ਇਸ ਰੰਗਤ ਦੇ ਪਿੱਛੇ ਦੀਆਂ ਕਈ ਕਹਾਣੀਆਂ ਉੱਭਰ ਕੇ ਆਉਂਦੀਆਂ ਨੇ। ਉਹਨਾਂ ਵਿੱਚੋਂ ਇੱਕ ਕਹਾਣੀ ਹੈ ਬਿਰਸਾ ਦੇ ਉਲਗੁਲਾਨ ਦੀ। ਉਲਗੁਲਾਨ ਦਾ ਰੰਗ ਵੀ ਕਦੇ ਲਾਲ ਰਿਹਾ ਹੋਵੇਗਾ। ਜਲ, ਜੰਗਲ ਤੇ ਜ਼ਮੀਨ ਦੀ ਲੜਾਈ ਵਿੱਚ ਵਗਿਆ ਲਹੂ ਵੀ ਲਾਲ ਸੀ। ਜਦ ਆਜ਼ਾਦੀ ਦੀ ਨਵੀਂ ਸਵੇਰ ਨੂੰ ਨਵੀਂ ਕਿਰਨ ਨੇ ਧਰਤੀ ਨੂੰ ਛੋਹਿਆ ਸੀ ਤਦ ਵੀ ਉਸ ਦਾ ਰੰਗ ਲਾਲ ਸੀ। ਲਾਲ ਰੰਗ ਦਾ ਨਾਤਾ ਉਲਗੁਲਾਨ ਨਾਲ ਤਦ ਵੀ ਸੀ, ਅੱਜ ਵੀ ਹੈ ਅਤੇ ਹਮੇਸ਼ਾ ਰਹੇਗਾ। 15 ਨਵੰਬਰ 2000 ਨੂੰ ਬਿਹਾਰ ਦੇ ਦੱਖਣੀ ਹਿੱਸੇ ਨੂੰ ਬਟਵਾਰਾ ਕਰਕੇ ਝਾਰਖੰਡ ਸੂਬੇ ਦੀ ਸਿਰਜਣਾ ਕੀਤੀ ਗਈ। ਇਹ ਸੂਬਾ ਆਪਣੇ ਅਨੂਠੇ, ਅਲੌਕਿਕ ਅਤੇ ਨਾ ਭੁੱਲਣਯੋਗ ਕੁਦਰਤੀ ਮਾਹੌਲ ਅਤੇ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਉਂਝ ਤਾਂ ਇਸ ਦੀ ਰਤਨ ਭਰਪੂਰ ਧਰਤੀ ਆਪਣੀ ਖਣਿਜ ਸੰਪੱਤੀ ਲਈ ਵਿਸ਼ਵ ਪ੍ਰਸਿੱਧ ਹੈ। ਪਰ ਜਦੋਂ ਅਸੀਂ ਝਾਰਖੰਡ ਜਾਂ ਛੋਟਾ ਨਾਗਪੁਰ ਦੀ ਗੱਲ ਕਰਦੇ ਹਾਂ ਤਾਂ ਸਹਿਜ ਹੀ ਸਾਡੀਆਂ ਯਾਦਾਂ ਵਿੱਚ ਇੱਕ ਨੌਜਵਾਨ ਦੀ ਤਸਵੀਰ ਉੱਭਰਦੀ ਹੈ ਜਿਸ ਦੇ ਹੱਥਾਂ ਵਿੱਚ ਤੀਰ ਅਤੇ ਕਮਾਨ ਹੈ। ਇਹ ਮਹਾਨ ਸ਼ਖਸੀਅਤ ਨੂੰ ਭਲਾ ਕੌਣ ਨਹੀਂ ਜਾਣਦਾ। ਇਹ ਹਨ ਲੋਕ ਨਾਇਕ ਭਗਵਾਨ ਬਿਰਸਾ ਮੁੰਡਾ। ਭਗਵਾਨ ਬਿਰਸਾ ਮੁੰਡਾ ਦੇ ਨਾਂ ਨਾਲ ਲੋਕ ਝਾਰਖੰਡ ਨੂੰ ਜਾਣਦੇ ਨੇ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਇਸ ਵੇਲੇ ਅਸੀਂ ਜਿੱਥੇ ਖੜੇ ਹਾਂ ਇਹ ਹੈ ਰਾਜਧਾਨੀ ਰਾਂਚੀ ਦਾ ਬਿਰਸਾ ਚੌਂਕ ਅਤੇ ਇਹ ਜੋ ਸਾਹਮਣੇ ਤੁਹਾਨੂੰ ਮੂਰਤੀ ਦਿਖਾਈ ਦੇ ਰਹੀ ਹੈ ਇਹ ਭਗਵਾਨ ਬਿਰਸਾ ਮੁੰਡਾ ਦੀ ਮੂਰਤੀ ਹੈ। ਇਸ ਤਰ੍ਹਾਂ ਦੀਆਂ ਕਈ ਮੂਰਤੀਆਂ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਜਾਣਗੀਆਂ। ਸੂਬੇ ਦੇ ਕਈ ਸੰਸਥਾਨ, ਜੈਵਿਕ ਬਾਗਾਨ ਆਦਿ ਦਾ ਨਾਮਕਰਨ ਵੀ ਇਹਨਾਂ ਦੇ ਹੀ ਨਾਂ ਤੇ ਕੀਤਾ ਗਿਆ ਹੈ। ਦੇਸ਼ ਦੇ ਸੁਤੰਤਰਤਾ ਅੰਦੋਲਨ ਵਿੱਚ ਵੀ ਇਹਨਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਆਪਣੇ ਭਾਈਚਾਰੇ ਦੇ ਨਾਲ ਇਹਨਾਂ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ। ਉਂਝ ਤਾਂ ਝਾਰਖੰਡ ਦੀ ਪਹਿਚਾਣ ਆਪਣੀ ਖਣਿਜ ਸੰਪੱਤੀ ਦੇ ਨਾਂ ਤੇ ਹੈ, ਪਰ ਸਭ ਤੋਂ ਵੱਡੀ ਪਹਿਚਾਣ ਸਾਡੇ ਭਗਵਾਨ ਬਿਰਸਾ ਮੁੰਡਾ ਦੇ ਨਾਂ ਨਾਲ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ, ਆਪਣਾ ਸਰਵਉੱਚ ਬਲੀਦਾਨ ਦਿੱਤਾ। ਤਾਂ ਅੱਜ ਅਸੀਂ ਇਹਨਾਂ ਨੂੰ ਹੀ ਜਿਉਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਨੂੰ ਨੇੜਿਓਂ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਬਿਰਸਾ ਮੁੰਡਾ, ਭਗਵਾਨ ਬਿਰਸਾ ਮੁੰਡਾ ਕਿਵੇਂ ਬਣੇ। ਇਸ ਪੂਰੀ ਕਹਾਣੀ ਨੂੰ ਜਿਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਆਓ ਮੇਰੇ ਨਾਲ। ਇਸ ਵੇਲੇ ਅਸੀਂ ਰਾਂਚੀ ਖੂੰਟੀ ਮਾਰਗ ਤੇ ਹਾਂ। ਰਾਂਚੀ ਤੋਂ ਲਗਭਗ 70 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਖੂੰਟੀ ਜ਼ਿਲ੍ਹੇ ਵਿੱਚ ਪਹਾੜਾਂ ਅਤੇ ਜੰਗਲਾਂ ਨਾਲ ਘਿਰਿਆ ਪਿੰਡ ਉਲੀਆਤੂ, ਜਿੱਥੇ 1875 ਵਿੱਚ ਬਿਰਸਾ ਦਾ ਜਨਮ ਹੋਇਆ ਸੀ। ਹੁਣੇ ਅਸੀਂ ਹਾਂ ਰਾਂਚੀ ਅਤੇ ਖੂੰਟੀ ਦੇ ਰਸਤੇ ਤੇ। ਲਗਭਗ 60 ਕਿਲੋਮੀਟਰ ਦੀ ਦੂਰੀ ਤੇ ਹੈ ਭਗਵਾਨ ਬਿਰਸਾ ਮੁੰਡਾ ਦੀ ਜਨਮ ਸਥਲੀ ਉਲੀਆਤੂ। ਤੁਸੀਂ ਜਦ ਇਸ ਰਸਤੇ ਤੇ ਆਓਗੇ ਤਾਂ ਦੋਵੇਂ ਪਾਸੇ ਕੁਦਰਤੀ ਸੁੰਦਰਤਾ ਜੋ ਹੈ ਉਹ ਭਰੀ ਪਈ ਹੈ। ਇੱਕ ਡੀਅਰ ਪਾਰਕ ਵੀ ਹੈ ਜਿੱਥੇ ਪੂਰਾ ਦਿਨ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਖੂੰਟੀ ਦਾ ਇਹ ਖੇਤਰ ਆਪਣੇ ਰੇਤੇ ਲਈ ਜਾਣਿਆ ਜਾਂਦਾ ਹੈ। ਤਜਨਾ ਨਦੀ ਹੈ ਜਿਸ ਦੇ ਕਰਕੇ ਉਸ ਖੇਤਰ ਦੇ ਰੇਤੇ ਦੀ ਗੁਣਵੱਤਾ ਕਾਫੀ ਵਧੀਆ ਹੈ। ਹੋਰ ਵੀ ਕਈ ਚੀਜ਼ਾਂ ਦੇ ਲਈ ਮਸ਼ਹੂਰ ਹੈ। ਕਈ ਸੈਰਗਾਹਾਂ ਨੇ, ਚਾਹੇ ਅਸੀਂ ਗੱਲ ਕਰੀਏ ਝਰਨਿਆਂ ਦੀ, ਚਾਹੇ ਅਸੀਂ ਗੱਲ ਕਰੀਏ ਜੰਗਲਾਂ ਦੀ, ਤਾਂ ਕਾਫੀ ਸੁੰਦਰ ਅਤੇ ਮਨਮੋਹਕ ਦ੍ਰਿਸ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ। ਹੁਣ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਬਿਰਸਾ ਦੇ ਪਿੰਡ ਉਲੀਆਤੂ।
ਝਾਰਖੰਡ ਵਿੱਚ ਕਈ ਜਨਜਾਤੀਆਂ ਨਿਵਾਸ ਕਰਦੀਆਂ ਨੇ। ਉਹਨਾਂ ਵਿੱਚੋਂ ਹੀ ਇੱਕ ਜਨਜਾਤੀ ਹੈ ਮੁੰਡਾ। ਇਸੇ ਮੁੰਡਾ ਪਰਿਵਾਰ ਵਿੱਚ ਬਿਰਸਾ ਮੁੰਡਾ ਦਾ ਜਨਮ ਹੋਇਆ ਸੀ। ਸੈਂਕੜੇ ਵਰ੍ਹਿਆਂ ਤੋਂ ਮੁੰਡਾ ਜਨਜਾਤੀ ਦੇ ਲੋਕ ਇੱਥੋਂ ਦੇ ਕੁਦਰਤੀ ਵਾਤਾਵਰਣ ਵਿੱਚ ਨਿਵਾਸ ਕਰਦੇ ਆ ਰਹੇ ਨੇ। ਇਸ ਖੇਤਰ ਵਿੱਚ ਮੁੰਡਾ ਰਾਜਿਆਂ ਦਾ ਦਬਦਬਾ ਰਿਹਾ ਹੈ, ਪਰੰਤੂ ਸਮੇਂ-ਸਮੇਂ ਤੇ ਵਿਦੇਸ਼ੀ ਹਮਲਾਵਰਾਂ ਅਤੇ ਦੀਕੂਆਂ ਦੇ ਦਾਖਲੇ ਨਾਲ ਇਹਨਾਂ ਦਾ ਸਮਾਜਿਕ, ਆਰਥਿਕ, ਸੱਭਿਆਚਾਰਕ ਜੀਵਨ ਕਾਫੀ ਪ੍ਰਭਾਵਿਤ ਹੋਇਆ। ਜਲ, ਜੰਗਲ ਤੇ ਜ਼ਮੀਨ ਜਿਨ੍ਹਾਂ ਦੀ ਪਹਿਚਾਣ ਹੋਇਆ ਕਰਦੇ ਸੀ, ਸਹਿਜ ਸਰਲ ਜੀਵਨ ਜਿਨ੍ਹਾਂ ਦਾ ਆਦਰਸ਼ ਸੀ, ਸਭ ਕੁਝ ਮੁੱਠੀ ਵਿੱਚ ਭਰੇ ਰੇਤੇ ਵਾਂਗ ਕਿਰਦਾ ਘਿਰ ਗਿਆ। ਮੁੰਡਾ ਸਮੇਤ ਇੱਥੋਂ ਦੀਆਂ ਬਾਕੀ ਜਨਜਾਤੀਆਂ ਦੀ ਸਥਿਤੀ ਤਰਸਪੂਰਨ ਹੁੰਦੀ ਚਲੀ ਗਈ। ਜ਼ਮੀਂਦਾਰਾਂ ਅਤੇ ਸ਼ਾਹੂਕਾਰਾਂ ਦੀ ਚਲਾਕੀ ਦਾ ਇਹ ਸ਼ਿਕਾਰ ਹੁੰਦੇ ਗਏ। ਮੁੰਡਾਵਾਂ ਦਾ ਮਾਣਮੱਤਾ ਪਿਛੋਕੜ ਢਹਿ ਢੇਰੀ ਹੁੰਦਾ ਜਾ ਰਿਹਾ ਸੀ। ਅਜਿਹੇ ਸਮਿਆਂ ਵਿੱਚ ਸੁਗਨਾ ਮੁੰਡਾ ਤੇ ਕਰਮੀ ਮੁੰਡਾ ਦੇ ਘਰ ਇੱਕ ਬਾਲਕ ਦਾ ਜਨਮ ਹੋਇਆ, ਜਿਸ ਦਾ ਨਾਂ ਰੱਖਿਆ ਬਿਰਸਾ। ਕਿਉਂਕਿ ਵੀਰਵਾਰ ਨੂੰ ਜਨਮ ਹੋਇਆ ਸੀ, ਇਸ ਲਈ ਉਹਨਾਂ ਦਾ ਨਾਮਕਰਨ ਬਿਰਸਾ ਕੀਤਾ ਗਿਆ। ਵਿਲੱਖਣ ਪ੍ਰਤਿਭਾ ਦੇ ਧਨੀ ਬਿਰਸਾ ਦਾ ਜੋ ਬਚਪਨ ਹੈ ਜੰਗਲਾਂ ਵਿੱਚ ਗੁਜ਼ਰਿਆ, ਪਸ਼ੂਆਂ ਨਾਲ ਗੁਜ਼ਰਿਆ, ਪੰਛੀਆਂ ਨਾਲ ਗੁਜ਼ਰਿਆ। ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਇਹਨਾਂ ਦੀ ਭਾਸ਼ਾ ਆਉਂਦੀ ਸੀ। ਉਹ ਆਪਣਾ ਕਾਫੀ ਸਮਾਂ ਇਹਨਾਂ ਦੇ ਵਿੱਚ ਗੁਜ਼ਾਰਦੇ ਸਨ। ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਬਿਰਸਾ ਮੁੰਡਾ ਬਾਂਸੁਰੀ ਬਹੁਤ ਖੂਬਸੂਰਤ ਵਜਾਉਂਦੇ ਸਨ ਅਤੇ ਇਸੇ ਕਰਕੇ ਉਹ ਇੱਥੇ ਉੱਥੇ ਜੰਗਲਾਂ ਵਿੱਚ ਘੁੰਮਦੇ ਰਹਿੰਦੇ ਤੇ ਮਾਂ ਉਹਨਾਂ ਲਈ ਪਰੇਸ਼ਾਨ ਹੋ ਜਾਂਦੀ। ਬਿਰਸਾ ਜਦ 8 ਸਾਲ ਦੇ ਹੋਏ ਤਾਂ ਉਹ ਮਾਮਾ ਦੇ ਨਾਲ ਉਹਨਾਂ ਦੇ ਪਿੰਡ ਚਲੇ ਗਏ। ਉੱਥੋਂ ਦੇ ਇੱਕ ਸਕੂਲ ਵਿੱਚ ਉਹਨਾਂ ਦਾ ਦਾਖਲਾ ਕਰਵਾ ਦਿੱਤਾ ਗਿਆ। ਬਿਰਸਾ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਸਨ। ਉਸੇ ਸਕੂਲ ਦੇ ਇੱਕ ਅਧਿਆਪਕ ਨੇ ਪੜ੍ਹਾਈ ਪ੍ਰਤੀ ਉਹਨਾਂ ਦੀ ਰੁਚੀ ਨੂੰ ਦੇਖਦੇ ਹੋਏ ਮਿਸ਼ਨ ਸਕੂਲ ਵਿੱਚ ਦਾਖਲਾ ਲੈਣ ਲਈ ਹੱਲਾਸ਼ੇਰੀ ਦਿੱਤੀ। ਉਸ ਵੇਲੇ ਮਿਸ਼ਨ ਸਕੂਲ ਵਿੱਚ ਦਾਖਲਾ ਲੈਣ ਲਈ ਈਸਾਈ ਧਰਮ ਅਪਣਾਉਣਾ ਜ਼ਰੂਰੀ ਸੀ। ਬਿਰਸਾ ਡੇਵਿਡ ਹੋ ਗਏ। ਬਾਅਦ ਵਿੱਚ ਉਹ ਬਿਰਸਾ ਦਾਊਦ ਦੇ ਨਾਂ ਨਾਲ ਵੀ ਜਾਣੇ ਜਾਣ ਲੱਗੇ। ਚਾਈਬਾਸਾ ਦੇ ਮਿਸ਼ਨ ਸਕੂਲ ਤੋਂ ਲੋਅਰ ਪ੍ਰਾਇਮਰੀ ਦੀ ਪ੍ਰੀਖਿਆ ਪਾਸ ਕੀਤੀ, ਪਰ ਕੁਝ ਗੱਲਾਂ ਨੂੰ ਲੈ ਕੇ ਬਿਰਸਾ ਦੀ ਮਿਸ਼ਨ ਨਾਲ ਅਣਬਣ ਹੋ ਗਈ। ਬਿਰਸਾ ਨੇ ਮਿਸ਼ਨ ਤਿਆਗ ਦਿੱਤਾ। ਇੱਥੋਂ ਹੀ ਬਿਰਸਾ ਦੇ ਜੀਵਨ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ। ਤਾਂ ਹੌਲੀ-ਹੌਲੀ ਬਿਰਸਾਈਅਤ ਧਰਮ ਦਾ ਪ੍ਰਚਾਰ ਪ੍ਰਸਾਰ ਜ਼ੋਰ-ਸ਼ੋਰ ਨਾਲ ਹੋਣ ਲੱਗਿਆ ਅਤੇ ਜੋ ਲੋਕ ਈਸਾਈ ਬਣ ਗਏ ਸੀ ਉਹ ਵੀ ਬਿਰਸਾ ਮੁੰਡਾ ਦੇ ਬਿਰਸਾਈਅਤ ਧਰਮ ਵੱਲ ਪਰਤਣ ਲੱਗੇ। ਉਸ ਵਿੱਚ ਇੱਕ ਬੁਰਜੂ ਮਿਸ਼ਨ ਦੇ ਪਾਦਰੀ ਹੌਫਮੈਨ ਸਨ, ਜੋ ਇਨਸਾਈਕਲੋਪੀਡੀਆ ਆਫ ਮੁੰਡਾਰੀਕਾ ਦੇ 18 ਵੋਲਿਊਮ ਨਾਲ ਇੱਕ ਵਿਸ਼ਾਲ ਕੋਸ਼ ਮੁੰਡਾਰੀ ਸਮਾਜ, ਸੱਭਿਆਚਾਰ ਦਾ ਅਤੇ ਭਾਸ਼ਾ ਦਾ ਤਿਆਰ ਕੀਤਾ। ਉਸਨੇ ਇੱਕ ਤਰ੍ਹਾਂ ਨਾਲ ਪ੍ਰਚਾਰ ਕਰਵਾਤਾ, ਇਹ ਬਾਲੂ ਬਿਰਸਾ ਹੈ। ਮੁੰਡਾਰੀ ਵਿੱਚ ਬਾਲੂ ਕਹਿੰਦੇ ਨੇ ਪਾਗਲ ਨੂੰ। ਇਹ ਪਾਗਲ ਹੈ, ਇਹ ਖੁਦ ਨੂੰ ਭਗਵਾਨ ਦੱਸਦਾ ਹੈ, ਖੁਦ ਨੂੰ ਈਸ਼ਵਰ ਦਾ ਦੂਤ ਦੱਸਦਾ ਹੈ। ਇਹ ਕੁਝ ਨਹੀਂ ਹੈ, ਇਹ ਪਾਗਲ ਹੈ, ਇਸ ਦੇ ਚੱਕਰ ਵਿੱਚ ਨਾ ਪਾਓ। ਪਰ ਲੋਕ ਆਪਣੇ ਬੰਦੇ ਦੀ ਗੱਲ ਛੱਡ ਕੇ ਦੂਜੇ ਦੀ ਗੱਲ ਕਿਉਂ ਮੰਨਣਾ? ਲੋਕ ਪਿੰਡਾਂ ਦੇ ਪਿੰਡ, ਜੱਥਿਆਂ ਦੇ ਜੱਥੇ, ਜਿਵੇਂ ਈਸਾਈ ਧਰਮ ਨੂੰ ਕਬੂਲ ਕਰਨ ਲਈ ਪਾਦਰੀਆਂ ਦੇ ਕੋਲ ਗਿਰਜਿਆਂ ਵਿੱਚ ਆਉਂਦੇ ਸਨ, ਉਵੇਂ ਹੀ ਬਿਰਸਾ ਦੇ ਕੋਲ ਆਉਣ ਲੱਗੇ। ਉਸ ਵੇਲੇ ਮੁੰਡਾਵਾਂ ਵਿੱਚ ਕਈ ਕੁਰੀਤੀਆਂ ਫੈਲੀਆਂ ਹੋਈਆਂ ਸਨ। ਲੋਕ ਰੂੜੀਵਾਦੀ ਸੋਚ ਅਤੇ ਅੰਧ ਵਿਸ਼ਵਾਸ ਦੇ ਸ਼ਿਕਾਰ ਬਣੇ ਹੋਏ ਸਨ। ਲੋਕਾਂ ਵਿੱਚ ਸਿੱਖਿਆ ਦੀ ਬੇਹੱਦ ਘਾਟ ਸੀ। ਸਮਾਜ ਵਿੱਚ ਨਸ਼ਾਖੋਰੀ ਫੈਲੀ ਹੋਈ ਸੀ। ਲੋਕ ਆਪਣਾ ਮਾਣ ਸਨਮਾਨ ਭੁੱਲ ਚੁੱਕੇ ਸੀ, ਆਪਣੀ ਇੱਜ਼ਤ, ਆਪਣੀ ਪਹਿਚਾਣ ਗਵਾ ਚੁੱਕੇ ਸੀ। ਜੋ ਜਿਵੇਂ ਚੱਲ ਰਿਹਾ ਸੀ, ਉਸੇ ਸੰਤਾਪ ਭਰੀ ਜ਼ਿੰਦਗੀ ਨੂੰ ਆਪਣਾ ਮੁਕੱਦਰ ਮੰਨ ਬੈਠੇ ਸੀ। ਅੰਗਰੇਜ਼ਾਂ ਨੇ ਇੰਡੀਅਨ ਫੋਰੈਸਟ ਐਕਟ 1883 ਪਾਸ ਕਰਕੇ ਆਦੀਵਾਸੀਆਂ ਨੂੰ ਜੰਗਲ ਦੇ ਹੱਕ ਤੋਂ ਵਾਂਝੇ ਕਰ ਦਿੱਤਾ। ਉਹਨਾਂ ਉੱਤੇ ਲਗਾਨ ਦੀ ਨਵੀਂ ਵਿਵਸਥਾ ਸ਼ੁਰੂ ਕਰ ਦਿੱਤੀ ਗਈ। ਦਿਨ ਬ ਦਿਨ ਦੀਕੂਆਂ ਅਤੇ ਗੋਰਿਆਂ ਦਾ ਅਤਿਆਚਾਰ ਵੱਧਦਾ ਜਾ ਰਿਹਾ ਸੀ।
ਮੁੰਡਾ ਸਭ ਸਹਿੰਦੇ ਪਰ ਉਫ ਤੱਕ ਨਾ ਕਰਦੇ। ਮੁੰਡਾਵਾਂ ਦੀ ਇਸ ਸਥਿਤੀ ਨੂੰ ਵੇਖ ਕੇ ਬਿਰਸਾ ਬੇਚੈਨ ਹੋ ਉੱਠੇ, ਪਰ ਕਰਨ ਤਾਂ ਕੀ? ਕੁਝ ਸਮਝ ਨਹੀਂ ਸੀ ਆ ਰਿਹਾ। ਇਹ ਲੜਾਈ ਇਕੱਲੇ ਲੜਨ ਵਾਲੀ ਨਹੀਂ ਸੀ। ਜੰਗ ਦੀ ਸ਼ੁਰੂਆਤ ਇੰਨੀ ਸੌਖੀ ਨਹੀਂ ਸੀ। ਜੰਗ ਜਿੱਤਣ ਲਈ ਜੋ ਸਭ ਤੋਂ ਜ਼ਰੂਰੀ ਸੀ, ਖੁਦ ਨੂੰ ਮਜ਼ਬੂਤ ਬਣਾਇਆ ਜਾਵੇ, ਨਿਰਾਸ਼ਾ ਦੇ ਹਨੇਰੇ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਜਾਵੇ, ਮੁੰਡਾਵਾਂ ਨੂੰ ਆਪਣੇ ਅਤੀਤ ਦੇ ਗੌਰਵ ਦੀ ਯਾਦ ਦਿਵਾਈ ਜਾਵੇ। ਕਿਹਾ ਜਾਂਦਾ ਹੈ ਕਿ ਅਜਿਹੇ ਸਮੇਂ ਵਿੱਚ ਹੀ ਉਹਨਾਂ ਦੀ ਮੁਲਾਕਾਤ ਸਵਾਮੀ ਆਨੰਦਪਾਣ ਨਾਲ ਹੋਈ। ਉਹਨਾਂ ਰਾਹੀਂ ਹੀ ਭਗਵਾਨ ਬਿਰਸਾ ਮੁੰਡਾ ਦੀ ਹਿੰਦੂ ਧਰਮ ਅਤੇ ਮਹਾਭਾਰਤ ਦੇ ਪਾਤਰਾਂ ਨਾਲ ਜਾਣ ਪਹਿਚਾਣ ਹੋਈ। ਆਨੰਦਪਾਣ ਤੋਂ ਹੀ ਉਹਨਾਂ ਨੂੰ ਕੁਦਰਤੀ ਇਲਾਜ ਦੀ ਵੀ ਜਾਣਕਾਰੀ ਮਿਲੀ, ਜੋ ਭਵਿੱਖ ਵਿੱਚ ਉਹਨਾਂ ਲਈ ਵਰਦਾਨ ਸਾਬਿਤ ਹੋਈ। ਲੋਕਾਂ ਦਾ ਇਲਾਜ ਉਹਨਾਂ ਨੇ ਜੜੀਆਂ ਬੂਟੀਆਂ ਨਾਲ ਕਰਨਾ ਸ਼ੁਰੂ ਕੀਤਾ। ਇਸ ਨਾਲ ਲੋਕਾਂ ਵਿੱਚ ਉਹਨਾਂ ਪ੍ਰਤੀ ਭਰੋਸਾ ਵਧਿਆ। ਇੱਕ ਰੋਗ ਹਰਤਾ ਦੇ ਤੌਰ ਤੇ, ਇੱਕ ਚਿਕਿਤਸਕ ਦੇ ਤੌਰ ਤੇ ਬੜੀ ਪ੍ਰਸਿੱਧੀ ਉਹਨਾਂ ਨੂੰ ਮਿਲੀ ਕਿ ਉਹਨਾਂ ਕੋਲ ਜਾਣ ਤੇ ਉਹਨਾਂ ਦੀ ਛੋਹ ਨਾਲ, ਉਹਨਾਂ ਦੀਆਂ ਜੜੀਆਂ ਬੂਟੀਆਂ ਨਾਲ ਲੋਕਾਂ ਦੇ ਰੋਗ ਦੂਰ ਹੁੰਦੇ ਨੇ। ਤਾਂ ਕ੍ਰਾਂਤੀਕਾਰੀ ਦੇ ਤੌਰ ਤੇ ਉਹ ਮਸ਼ਹੂਰਬਾਜ਼ ਹੁੰਦੇ ਨੇ। ਸਮਾਜ ਵਿੱਚ, ਉਸ ਇਲਾਕੇ ਵਿੱਚ ਉਹਨਾਂ ਨੂੰ ਜੋ ਪ੍ਰਸਿੱਧੀ ਮਿਲਦੀ ਹੈ, ਉਹ ਰੋਗ ਹਰਤਾ ਦੇ ਤੌਰ ਤੇ ਮਿਲਦੀ ਹੈ ਅਤੇ ਧਾਰਮਿਕ ਨੇਤਾ ਦੇ ਤੌਰ ਤੇ, ਧਾਰਮਿਕ ਅੰਦੋਲਨਕਾਰੀ ਦੇ ਤੌਰ ਤੇ ਮਿਲਦੀ ਹੈ, ਜੋ ਸਾਡੇ ਸਮਾਜ ਨੂੰ, ਸਾਡੇ ਮੁੰਡਾ ਸਮਾਜ ਨੂੰ ਜੋ ਪੁਰਾਣੀਆਂ ਚੀਜ਼ਾਂ ਨੇ, ਜੋ ਬੁਰਾਈਆਂ ਨੇ, ਜਿਸ ਕਰਕੇ ਉਸ ਦਾ ਪਤਨ ਹੋਇਆ ਹੈ, ਉਹ ਤੋਂ ਬਾਹਰ ਕੱਢ ਕੇ ਅੱਗੇ ਵਧਾਉਣ ਦੇ ਲਈ ਇੱਕ ਇਨਸਾਨ ਜਾਂ ਇੱਕ ਭਗਵਾਨ ਸਾਡੇ ਵਿਚਕਾਰ ਆਇਆ ਏ। ਕਿਹਾ ਜਾਂਦਾ ਹੈ ਕਿ 1895 ਵਿੱਚ ਕੁਝ ਅਜਿਹੀਆਂ ਅਲੌਕਿਕ ਘਟਨਾਵਾਂ ਘਟੀਆਂ, ਜਿਨ੍ਹਾਂ ਕਰਕੇ ਲੋਕ ਬਿਰਸਾ ਨੂੰ ਭਗਵਾਨ ਦਾ ਅਵਤਾਰ ਮੰਨਣ ਲੱਗੇ। ਲੋਕਾਂ ਵਿੱਚ ਇਹ ਭਰੋਸਾ ਪੱਕਾ ਹੋ ਗਿਆ ਕਿ ਬਿਰਸਾ ਦੇ ਸਿਰਫ ਛੂਹਣ ਨਾਲ ਹੀ ਰੋਗ ਦੂਰ ਹੋ ਜਾਂਦੇ ਨੇ। ਸਧਾਰਨ ਲੋਕਾਂ ਦਾ ਬਿਰਸਾ ਵਿੱਚ ਬਹੁਤ ਪੱਕਾ ਵਿਸ਼ਵਾਸ ਬੈਠ ਗਿਆ ਸੀ। ਇਸ ਨਾਲ ਬਿਰਸਾ ਨੂੰ ਆਪਣੇ ਪ੍ਰਭਾਵ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੀ। ਲੋਕ ਉਹਨਾਂ ਦੀਆਂ ਗੱਲਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲੱਗੇ। ਬਿਰਸਾ ਨੇ ਪੁਰਾਣੇ ਅੰਧ ਵਿਸ਼ਵਾਸਾਂ ਦਾ ਖੰਡਨ ਕੀਤਾ, ਲੋਕਾਂ ਨੂੰ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਸਵੱਛਤਾ ਦਾ ਪਾਠ ਪੜ੍ਹਾਇਆ ਅਤੇ ਦੱਸਿਆ ਕਿ ਸਵੱਛਤਾ ਨਾ ਸਿਰਫ ਧਰਮ ਸਗੋਂ ਜੀਵਨ ਦਾ ਮੂਲ ਮੰਤਰ ਹੈ। ਬਿਰਸਾ ਮੁੰਡਾ ਸਾਡੇ ਦਾਦਾ ਜੀ ਸਨ, ਜਿਨ੍ਹਾਂ ਨੇ ਇੱਥੇ ਝਾਰਖੰਡ ਦੇ ਤੇ ਪੂਰੇ ਭਾਰਤ ਦੇ ਆਦੀਵਾਸੀਆਂ ਦੇ ਲਈ, ਉਹਨਾਂ ਦੇ ਸੱਭਿਆਚਾਰ ਅਤੇ ਜ਼ਮੀਨ ਦੀ ਸੁਰੱਖਿਆ ਦੇ ਲਈ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਕੀਤਾ। ਤੇ ਅੱਜ ਉਸੇ ਕਰਕੇ ਸਾਰੇ ਭਾਰਤ ਵਿੱਚ ਉਹਨਾਂ ਦਾ ਮਾਣ ਹੈ। ਉਹਨਾਂ ਨੂੰ ਭਗਵਾਨ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਬਿਰਸਾ ਦੇ ਪੈਰੋਕਾਰਾਂ ਦੀ ਗਿਣਤੀ ਦਿਨੋਂ ਦਿਨ ਵਧਣ ਲੱਗੀ। ਬਿਰਸਾ ਹੁਣ ਧਰਤੀ ਆਬਾ ਬਣ ਚੁੱਕੇ ਸਨ। ਉਹਨਾਂ ਦੇ ਪੈਰੋਕਾਰ ਬਿਰਸਾਇਤ, ਜੰਗ ਦੀ ਤਿਆਰੀ ਦਾ ਪਹਿਲਾ ਅਧਿਆਇ ਸ਼ੁਰੂ ਹੋ ਚੁੱਕਿਆ ਸੀ। ਬਿਰਸਾਇਤ ਪਿੰਡ-ਪਿੰਡ ਜਾ ਕੇ ਭਗਵਾਨ ਬਿਰਸਾ ਦੇ ਸੰਦੇਸ਼ਾਂ ਨੂੰ ਪਹੁੰਚਾਉਣ ਲੱਗੇ। पत्ता मिले तो समझो धर्म की बात करने को बुलाया है, और तीर मिले तो समझो संघर्ष का शंखनाद है। गांव-गांव में तीर मिले। जल जंगल जमीन सब हमारा है। आज से जमींदार और शोषकों को कोई लगान नहीं देगा। ਬਿਰਸਾ ਮੁੰਡਾ ਨੇ ਮੁੰਡਾਵਾਂ ਦੇ ਨਸਲੀ ਸਤਕਾਰ ਨੂੰ ਲਲਕਾਰਨਾ ਸ਼ੁਰੂ ਕੀਤਾ, ਸ਼ੋਸ਼ਣ ਦੇ ਖਿਲਾਫ ਉਹਨਾਂ ਨੂੰ ਖੜਾ ਕੀਤਾ, ਜਲ ਜੰਗਲ ਜ਼ਮੀਨ ਤੇ ਦਾਅਵੇਦਾਰੀ ਜਤਾਉਣ ਲੱਗੇ। ਲੋਕਾਂ ਵਿੱਚ ਬਦਲਾਅ ਦਿਸਣ ਲੱਗਿਆ। ਉਲਗੁਲਾਨ ਸ਼ੁਰੂ ਹੋ ਚੁੱਕਿਆ ਸੀ।
ਗੱਲ ਇਥੋਂ ਤੱਕ ਪਹੁੰਚ ਗਈ ਸੀ ਕਿ ਮੁੰਡਾ ਅੰਗਰੇਜ਼ਾਂ ਤੇ ਜ਼ਮੀਂਦਾਰਾਂ ਦੇ ਖਿਲਾਫ ਇਕਜੁੱਟ ਹੋ ਕੇ ਖੜੇ ਹੋ ਚੁੱਕੇ ਸਨ। ਖੇਤਰ ਵਿੱਚ ਬਿਰਸਾ ਦਾ ਦਬਦਬਾ ਵਧਣ ਲੱਗਿਆ। ਸਵੱਛਤਾ ਨੂੰ ਅਪਣਾ ਕੇ ਲੋਕ ਚੇਚਕ, ਹੈਜਾ ਵਰਗੀਆਂ ਬਿਮਾਰੀਆਂ ਤੋਂ ਮੁਕਤ ਹੋਣ ਲੱਗੇ। ਬਿਰਸਾ ਨੇ ਆਪਣੇ ਸੰਬੋਧਨਾਂ ਵਿੱਚ ਮੁੰਡਾਵਾਂ ਦੇ ਨਸਲੀ ਸਤਕਾਰ ਨੂੰ ਲਲਕਾਰਨਾ ਸ਼ੁਰੂ ਕੀਤਾ। ਸ਼ੋਸ਼ਣ ਦੇ ਖਿਲਾਫ ਬਗਾਵਤ ਦੀ ਚੰਗਿਆੜੀ ਬਿਰਸਾ ਨੇ ਲਗਾਈ। ਜਨਵਰੀ 1900 ਈਸਵੀ ਇਤਿਹਾਸ ਦੇ ਸਫ਼ਿਆਂ ਤੇ ਦਰਜ ਹੈ ਅਤੇ ਦਰਜ ਹੈ ਇਸ ਲਈ ਕਿ ਬਿਰਸਾ ਮੁੰਡਾ ਅਤੇ ਅੰਗਰੇਜ਼ਾਂ ਦੇ ਦਰਮਿਆਨ ਲੜਾਈ ਹੋਈ ਸੀ ਤੇ ਇਹ ਲੜਾਈ ਇਸੇ ਸਥਾਨ ਤੇ ਹੋਈ ਸੀ ਜਿੱਥੇ ਮੈਂ ਇਸ ਵੇਲੇ ਹਾਂ। ਇਸ ਇਲਾਕੇ ਨੂੰ ਕਹਿੰਦੇ ਨੇ ਡੋਂਬਾਰੀ ਬੁਰੂ। ਜੋ ਤੁਸੀਂ ਮੇਰੇ ਸੱਜੇ ਪਾਸੇ ਵੇਖ ਰਹੇ ਹੋ, ਇਹ ਇੱਕ ਪੱਥਰ ਤੇ ਉਸ ਦੌਰਾਨ ਜੋ ਸ਼ਹੀਦ ਹੋ ਗਏ ਸਨ ਅੰਦੋਲਨਕਾਰੀ, ਉਹਨਾਂ ਦੇ ਨਾਂ ਦਰਜ ਹਨ। ਅਤੇ ਜਦ ਤੁਸੀਂ ਖੱਬੇ ਪਾਸੇ ਵੇਖੋਗੇ ਤਾਂ ਪਹਾੜੀ ਦੇ ਉੱਪਰ ਜੋ ਤੁਸੀਂ ਵੇਖ ਰਹੇ ਹੋ, ਉਸੇ ਪਹਾੜੀ ਤੇ ਕਿਹਾ ਜਾਂਦਾ ਹੈ ਕਿ ਭਗਵਾਨ ਬਿਰਸਾ ਮੁੰਡਾ ਆਪਣੇ ਸਹਿਯੋਗੀਆਂ ਦੇ ਨਾਲ ਸਭਾ ਕਰ ਰਹੇ ਸਨ, ਜਿੱਥੇ ਅੰਗਰੇਜ਼ਾਂ ਨੇ ਹਮਲਾ ਕੀਤਾ ਤੇ ਨਿਰਦੋਸ਼ ਅੰਦੋਲਨਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਤਾਂ ਲੋਕਾਂ ਨੂੰ ਗੁਲਾਮੀ ਤੋਂ ਆਜ਼ਾਦੀ ਦਿਵਾਉਣ ਖਾਤਰ ਬਿਰਸਾ ਨੇ ਉਲਗੁਲਾਨ ਕੀਤਾ, ਜਲ, ਜੰਗਲ ਅਤੇ ਜ਼ਮੀਨ ਉੱਤੇ ਦਾਅਵੇਦਾਰੀ ਦੀ ਅਲਖ ਜਗਾਈ। 1 ਅਕਤੂਬਰ 1894 ਨੂੰ ਅੰਗਰੇਜ਼ਾਂ ਤੋਂ ਲਗਾਨ ਮੁਆਫੀ ਲਈ ਮੁੰਡਾਵਾਂ ਨੇ ਅੰਦੋਲਨ ਕੀਤਾ, ਜਿਸ ਨੂੰ ਇਤਿਹਾਸ ਵਿੱਚ ਮੁੰਡਾ ਬਗਾਵਤ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅੰਦੋਲਨ ਨੂੰ ਦਬਾਉਣ ਖਾਤਰ ਅੰਗਰੇਜ਼ਾਂ ਨੇ 1895 ਵਿੱਚ ਬਿਰਸਾ ਨੂੰ ਗ੍ਰਿਫਤਾਰ ਕਰ ਹਜ਼ਾਰੀਬਾਗ ਕੇਂਦਰੀ ਜੇਲ੍ਹ ਵਿੱਚ ਡੱਕ ਦਿੱਤਾ, ਪਰ ਉਹਨਾਂ ਦੇ ਚੇਲਿਆਂ ਨੇ ਅੰਦੋਲਨ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ। 2 ਸਾਲ ਬਾਅਦ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਬਿਰਸਾ ਨੇ ਆਪਣੀ ਅਗਵਾਈ ਵਿੱਚ ਲੜਾਈ ਜਾਰੀ ਰੱਖੀ। ਅੰਗਰੇਜ਼ਾਂ ਤੇ ਜ਼ਮੀਂਦਾਰਾਂ ਦੇ ਪਸੀਨੇ ਨਿਕਲ ਗਏ। ਅਗਸਤ 1897 ਵਿੱਚ ਬਿਰਸਾ ਤੇ ਉਹਨਾਂ ਦੇ 400 ਸਿਪਾਹੀਆਂ ਨੇ ਤੀਰ ਕਮਾਨਾਂ ਨਾਲ ਲੈਸ ਹੋ ਕੇ ਖੂੰਟੀ ਥਾਣੇ ਤੇ ਧਾਵਾ ਬੋਲ ਦਿੱਤਾ। ਇਹ ਸਿਰਫ ਜਲ, ਜੰਗਲ ਅਤੇ ਜ਼ਮੀਨ ਦੀ ਲੜਾਈ ਨਹੀਂ ਸੀ, ਸਗੋਂ ਇਹ ਤਾਂ ਆਦੀਵਾਸੀਆਂ ਦੇ ਸਵੈਮਾਣ, ਸੁਤੰਤਰਤਾ ਤੇ ਸੱਭਿਆਚਾਰ ਨੂੰ ਬਚਾਉਣ ਦਾ ਸੰਗਰਾਮ ਸੀ। 1897 ਤੋਂ ਲੈ ਕੇ 1900 ਈਸਵੀ ਦੇ ਦਰਮਿਆਨ ਅੰਗਰੇਜ਼ਾਂ ਅਤੇ ਬਿਰਸਾ ਮੁੰਡਾ ਵਿਚਕਾਰ ਕਈ ਲੜਾਈਆਂ ਹੋਈਆਂ ਅਤੇ ਹਮੇਸ਼ਾ ਬਿਰਸਾ ਮੁੰਡਾ ਦਾ ਪਲੜਾ ਭਾਰੀ ਰਿਹਾ। ਪਰ ਕਹਿੰਦੇ ਨੇ ਨਾ, ਘਰ ਦਾ ਭੇਦੀ ਲੰਕਾ ਢਾਏ। ਜਦ 1900 ਈਸਵੀ ਦੇ ਫਰਵਰੀ ਮਹੀਨੇ ਵਿੱਚ ਬਿਰਸਾ ਮੁੰਡਾ ਇਸ ਜਗ੍ਹਾ ਤੇ ਆਪਣੀ ਇੱਕ ਸਭਾ ਕਰ ਰਹੇ ਸਨ, ਸਹਿਯੋਗੀਆਂ ਦੇ ਨਾਲ, ਪਿੰਡ ਵਾਲਿਆਂ ਦੇ ਨਾਲ, ਆਪਣੇ ਸੁਤੰਤਰਤਾ ਸੈਨਾਨੀਆਂ ਦੇ ਨਾਲ, ਤਾਂ ਕਿਸੇ ਨੇ ਇਸ ਗੱਲ ਦੀ ਸੂਚਨਾ ਅੰਗਰੇਜ਼ਾਂ ਨੂੰ ਦੇ ਦਿੱਤੀ ਅਤੇ ਅੰਗਰੇਜ਼ਾਂ ਨੇ ਇਸ ਪਹਾੜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਬਿਰਸਾ ਮੁੰਡਾ ਨੂੰ ਆਤਮ ਸਮਰਪਣ ਦੀ ਚੁਣੌਤੀ ਦਿੱਤੀ। ਬਿਰਸਾ ਮੁੰਡਾ ਨੇ ਆਪਣੇ ਸਵੈਮਾਣ ਨੂੰ ਦੇਖਦੇ ਹੋਏ, ਅੰਦੋਲਨ ਨੂੰ ਵੇਖਦੇ ਹੋਏ ਉਹਨਾਂ ਦੀ ਇਸ ਬੇਨਤੀ ਨੂੰ ਨਕਾਰ ਦਿੱਤਾ ਅਤੇ ਇਸ ਜਗ੍ਹਾ ਨੂੰ ਜਦ ਅੰਗਰੇਜ਼ਾਂ ਨੇ ਘੇਰਿਆ ਤਾਂ ਅੰਧਾ-ਧੁੰਦ ਗੋਲੀਆਂ ਚੱਲੀਆਂ ਤੇ ਜੋ ਨਿਰਦੋਸ਼ ਇੱਥੇ ਸਭਾ ਕਰ ਰਹੇ ਸੀ ਉਹਨਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਤੇ ਪਿੰਡ ਵਾਲੇ ਵੀ ਸ਼ਾਮਲ ਸਨ। ਡੋਂਬਾਰੀ ਪਹਾੜੀ ਤੇ ਅੰਗਰੇਜ਼ ਸਿਪਾਹੀਆਂ ਨੇ ਉਹਨਾਂ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਗਹਿ-ਗੱਚ ਯੁੱਧ ਵਿੱਚ ਬਿਰਸਾ ਨੇ ਅੰਗਰੇਜ਼ਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਅੰਗਰੇਜ਼ਾਂ ਦੀ ਆਤਮ ਸਮਰਪਣ ਦੀ ਧਮਕੀ ਦੇ ਬਾਵਜੂਦ ਬਿਰਸਾ ਉਥੋਂ ਨਿਕਲਣ ਵਿੱਚ ਕਾਮਯਾਬ ਰਹੇ। ਅਖੀਰ ਵਿੱਚ ਬਿਰਸਾ 3 ਫਰਵਰੀ ਸਨ 1900 ਈਸਵੀ ਨੂੰ ਚੱਕਰਧਰਪੁਰ ਤੋਂ ਗ੍ਰਿਫਤਾਰ ਹੋ ਗਏ। ਉਹਨਾਂ ਨੂੰ ਰਾਂਚੀ ਦੀ ਜੇਲ੍ਹ ਵਿੱਚ ਰੱਖਿਆ ਗਿਆ, ਜਿੱਥੇ 9 ਜੂਨ 1900 ਈਸਵੀ ਨੂੰ ਉਹਨਾਂ ਨੇ ਆਖਰੀ ਸਾਹ ਲਏ। ਪੱਚੀ ਵਰ੍ਹਿਆਂ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਇੰਨੇ ਮੁਕਾਮ ਹਾਸਲ ਕੀਤੇ ਕਿ ਸਾਡਾ ਇਤਿਹਾਸ ਸਦਾ ਹੀ ਉਹਨਾਂ ਦਾ ਕਰਜ਼ਦਾਰ ਰਹੇਗਾ। ਉਹਨਾਂ ਦਾ ਉਲਗੁਲਾਨ ਅੱਜ ਵੀ ਜ਼ਿੰਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਧਰਤੀ ਆਬਾ ਫਿਰ ਪਰਤ ਕੇ ਆਉਣਗੇ ਅਤੇ ਆਦੀਵਾਸੀਆਂ ਨੂੰ ਉਹਨਾਂ ਦੇ ਹੱਕ ਅਤੇ ਅਧਿਕਾਰ ਜ਼ਰੂਰ ਦਿਵਾਉਣਗੇ।